ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ ਦੋ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਦੋਸਤੋ। ਇੱਕ ਖਬਰ ਤੇ ਕੋਵਿਡ-19 ਬਾਰੇ ਆ, ਕਿਉਂਕਿ ਸੂਬੇ ਦੇ ਵਿੱਚ 22 ਤਰੀਕ ਨੂੰ ਫਿਰ ਦੁਬਾਰਾ ਜਿਹੜੀਆਂ ਰੈਸਟ੍ਰਿਕਸ਼ਨਸ ਲੱਗੀਆਂ ਹੋਈਆਂ ਨੇ ਉਹਨਾਂ ਬਾਰੇ ਦੱਸਣਾ ਸੀ ਕਿ ਹੋਰ ਜਿਹੜੀਆਂ ਰੀਓਪਨਿੰਗ ਵੇਲੇ ਕਿਹੜੀਆਂ ਘਟਾਈਆਂ ਜਾ ਸਕਦੀਆਂ ਨੇ। ਪਰ ਕੱਲ੍ਹ ਡਾਕਟਰ ਡੀਨਾ ਹਿੰਸ਼ਾ ਹੋਰਾਂ ਨੇ ਆਪਣੀ ਬਰੀਫਿੰਗ ਦੇ ਵਿੱਚ ਦੱਸਿਆ ਕਿ ਕਿਉਂਕਿ ਜਿਹੜੇ ਵੇਰੀਐਂਟ ਨੇ ਅਤੇ ਪੋਜ਼ੀਟਿਵਿਟੀ ਰੇਟ ਜਿਹੜੇ ਅੱਜ ਕੱਲ੍ਹ ਟੈਸਟ ਤੋਂ ਆ ਰਿਹਾ ਉਹਨਾਂ ਨੂੰ ਮੱਦੇਨਜ਼ਰ ਰੱਖਣਾ ਪਏਗਾ ਅਤੇ ਫਿਰ ਫੈਸਲਾ ਜਿਹੜਾ ਕੀਤਾ ਜਾਵੇਗਾ ਕਿ ਜਿਹੜੇ ਕਿੰਨੀਆਂ ਕੁ ਛੋਟਾਂ ਹੋਰ ਦਿੱਤੀਆਂ ਜਾ ਸਕਦੀਆਂ ਨੇ। ਕਿਉਂਕਿ ਜਿਹੜੀ ਇਹਨਾਂ ਨੇ ਸਰਕਾਰ ਨੇ ਗੱਲ ਕੀਤੀ ਸੀ ਔਰ ਉਹਨਾਂ ਨੂੰ ਲੱਗਦਾ ਸੀਗਾ ਕਿ ਲੋਕ ਬੜੇ ਉਤਾਵਲੇ ਆ, ਪਰ ਉਹ ਜਿਹੜੀਆਂ ਅਲਬਰਟਾ ਰੀਓਪਨਿੰਗ ਪਲਾਨਸ ਆ ਉਹ ਸਾਰੀਆਂ ਡਿਪੈਂਡ ਇਹਨਾਂ ਦੋ ਗੱਲਾਂ 'ਤੇ ਕਰਦੀਆਂ ਕਿ ਜਿਹੜਾ ਵੇਰੀਐਂਟ ਆ ਉਹ ਕਿੰਨਾ ਕੁ ਵੱਧ ਰਿਹਾ ਹੈਗਾ ਔਰ ਜਿਹੜੇ ਪੋਜ਼ੀਟਿਵਿਟੀ ਰੇਟ ਆ ਉਹ ਕਿੰਨਾ। ਜਿਹੜੇ ਵੇਰੀਐਂਟ ਆ ਜੀ ਉਹ ਇਸ ਵੇਲੇ ਸੂਬੇ ਦੇ ਵਿੱਚ ਕੋਈ 11% ਨੇ, ਜਦੋਂ ਕਿ ਜਨਵਰੀ ਦੇ ਵਿੱਚ ਉਹ 3% ਸੀਗੇ। ਔਰ ਇਹ ਵੀ ਡਾਕਟਰ ਡੀਨਾ ਹਿੰਸ਼ਾ ਉਹਨਾਂ ਨੇ ਦੱਸਿਆ ਵੀ ਜਿਹੜਾ ਇੰਗਲੈਂਡ ਵਾਲਾ ਵੇਰੀਐਂਟ ਹੈਗਾ ਉਹ ਤਾਂ ਇੱਥੇ ਆਲਰੇਡੀ ਪ੍ਰੈਜ਼ੈਂਟ ਹੈਗਾ ਜੀ ਕਮਿਊਨਿਟੀਜ਼ ਦੇ ਵਿੱਚ। ਜਿਹੜੇ ਦੂਸਰੇ ਸਾਊਥ ਅਫਰੀਕਾ ਅਤੇ ਬ੍ਰਾਜ਼ੀਲ ਤੋਂ ਹੈ ਨੇ ਉਹ ਦੇ ਆਰ ਰਿਲੇਟਡ ਟੂ ਦਾ ਟਰੈਵਲ, ਯਾਨੀ ਕਿ ਕੋਈ ਆਇਆ ਟਰੈਵਲ ਕਰਕੇ ਉੱਥੋਂ ਜਾਂ ਉੱਥੇ ਨੂੰ ਗਿਆ ਸੀਗਾ ਤਾਂ ਉਹ ਲੈ ਕੇ ਮੁੜ ਕੇ ਲੈ ਆਇਆ। ਸੋ ਉਹਨਾਂ ਨੂੰ ਇੰਨਾ ਜ਼ਿਆਦਾ ਨਹੀਂ, ਉਹ ਕਹਿੰਦੇ ਉਹ ਮੋਨੀਟਰ ਕੀਤੇ ਜਾ ਰਹੇ ਨੇ, ਜ਼ਿਆਦਾ ਕੇਸ ਨਹੀਂ ਉਹਨਾਂ ਦੇ। ਪਰ ਜਿਹੜਾ ਇੰਗਲੈਂਡ ਵਾਲਾ ਵੇਰੀਐਂਟ ਆ ਉਹਦੇ ਤੋਂ ਉਹ ਚਿੰਤਾਜਨਕ ਨੇ, ਕਿਉਂਕਿ ਜਿਹੜੇ ਵੀ ਦੇਸ਼ਾਂ ਦੇ ਵਿੱਚ ਇਹ ਵੇਰੀਐਂਟ ਮੁੜ ਦੁਬਾਰਾ ਵਧੇ ਨੇ ਉਹਨਾਂ 'ਤੇ ਉਹ ਤੀਸਰੀ ਵੇਵ ਵਾਲੀ ਗੱਲ ਜਿਹੜੀ ਹੈ ਜੀ ਉਹ ਲਾਗੂ ਹੋ ਜਾਂਦੀ ਹੈ ਅਤੇ ਦੁਬਾਰਾ ਫਿਰ ਉੱਥੇ ਰਿਸਟ੍ਰਿਕਸ਼ਨਸ ਜ਼ਿਆਦਾ ਲਾਉਣੀਆਂ ਪਈਆਂ। ਹੋ ਸਕਦਾ ਹੈ ਵੀ ਜਿਹੜਾ ਇਹ ਰੀਓਪਨਿੰਗ ਕਰਨੀ ਹੈ ਨਾ 22 ਨੂੰ ਜਿਹੜੀ ਉਹ ਸੋਚ ਰਹੇ ਸੀਗੇ, ਉਹ ਰਿਸਟ੍ਰਿਕਸ਼ਨਸ ਜਿਨ੍ਹਾਂ 'ਤੇ ਘਟਾਈਆਂ ਜਾਣੀਆਂ ਸੀਗੀਆਂ ਉਹ ਹੈ ਜੀ ਐਡਲਟ ਟੀਮ ਸਪੋਰਟਸ, ਕਸੀਨੋਜ਼, ਰੇਸਿੰਗ ਸੈਂਟਰ, ਬਿੰਗੋ ਹਾਲਜ਼, ਇਨਡੋਰ ਸੋਸ਼ਲ ਗੈਦਰਿੰਗਜ਼, ਇਨਡੋਰ ਸੀਟਡ ਇਵੈਂਟਸ, ਮਿਊਜ਼ੀਅਮ, ਆਰਟ ਗੈਲਰੀਜ਼, ਜ਼ੂਜ਼ ਅਤੇ ਪਲੇਸਿਸ ਆਫ ਵਰਸ਼ਿਪ। ਯਾਨੀ ਇਹਨਾਂ ਬਾਰੇ ਉਹਨਾਂ ਨੇ ਫੈਸਲਾ ਦੇਣਾ ਆ, ਪਰ ਇਹ ਫੈਸਲਾ ਦੇਣ ਤੋਂ ਪਹਿਲਾਂ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਉਹ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਏਗਾ ਕਿ ਪੋਜ਼ੀਟਿਵਿਟੀ ਰੇਟ ਕਿੰਨਾ ਵੱਧ ਰਿਹਾ ਔਰ ਦੂਸਰਾ ਜਿਹੜੇ ਵੇਰੀਐਂਟ ਆ ਉਹਨਾਂ ਦਾ ਪਸਾਰਾ ਕਿੰਨਾ ਕੁ ਸੂਬੇ ਦੇ ਵਿੱਚ ਹੋ ਰਿਹਾ। ਔਰ ਜਿਹੜੀ ਉਹਨਾਂ ਨੇ ਇੱਕ ਹੋਰ ਗੱਲ ਰੱਖੀ ਸੀ ਕਿ ਜਿਹੜੇ ਨਵੇਂ ਕੇਸ ਆ ਉਹ ਜਦੋਂ 300 ਤੋਂ ਉਹਨਾਂ ਦੀ ਗਿਣਤੀ ਘੱਟ ਜਾਏਗੀ ਅਤੇ ਉਦੋਂ ਉਹਨਾਂ ਦਾ ਇਹ ਆਸ ਸੀਗੀ ਕਿ ਅਸੀਂ ਰਿਸਟ੍ਰਿਕਸ਼ਨਸ ਹਟਾ ਦਿਆਂਗੇ। ਪਰ ਕੱਲ੍ਹ ਜਿਹੜਾ ਉਹਨਾਂ ਦੱਸਿਆ ਜੀ 479 ਨਵੇਂ ਕੋਵਿਡ-19 ਦੇ ਕੇਸ ਆਏ ਆ, ਜਿਨ੍ਹਾਂ 'ਚੋਂ 50 ਵੇਰੀਐਂਟਸ ਨੇ। ਸੋ ਇਸ ਵਜ੍ਹਾ ਕਰਕੇ ਜੀ ਇਹ ਜਿਹੜੀਆਂ ਪ੍ਰੋਬਲਮਸ ਖੜੀਆਂ। ਦੂਸਰੇ ਪਾਸੇ ਜਿਹੜੀਆਂ ਵੈਕਸੀਨ ਦੀ ਗੱਲ ਆ ਉਹ ਵੈਕਸੀਨ ਬਾਰੇ ਡਾਕਟਰ ਡੀਨਾ ਹਿੰਸ਼ਾ ਹੋਰਾਂ ਨੇ ਦੱਸਿਆ ਕਿ ਜਿਹੜੀ ਮੋਡਰਨਾ ਵੈਕਸੀਨ ਆ ਉਹ ਲੇਟ ਹੋ ਗਈ ਆ, ਕਿਉਂਕਿ ਹਵਾਈ ਜਹਾਜ਼ ਜਿਹੜਾ ਸੀ ਜੀ ਉਹਨੂੰ ਕੋਈ ਮਕੈਨੀਕਲ ਇਸ਼ੂਜ਼ ਹੋਣ ਕਰਕੇ ਡਿਲੇ ਹੋ ਗਈਆਂ ਨੇ। ਪਰ ਜਿਹੜੇ ਲੋਕ 1952 ਤੋਂ ਪਹਿਲਾਂ ਦਾ ਜਿਨ੍ਹਾਂ ਦਾ ਜਨਮ ਹੈਗਾ ਉਹ ਲੋਕ ਆਪਣੀਆਂ ਅਪੁਆਇੰਟਮੈਂਟਸ ਬੁੱਕ ਕਰਵਾ ਸਕਦੇ ਆ। ਔਰ ਈਵਨ ਜਿਹੜੇ ਐਬੋਰੀਜਨਲ ਲੋਕ ਨੇ ਜਿਨ੍ਹਾਂ ਦਾ ਜਨਮ 1967 ਵਿੱਚ ਹੋਇਆ ਹੋਵੇ ਜਾਂ ਉਦੋਂ ਪਹਿਲਾਂ, ਉਹ ਵੀ ਆਪਣੀਆਂ ਅਪੁਆਇੰਟਮੈਂਟਸ ਜਿਹੜੀਆਂ ਜੀ ਉਹ ਬਣਾ ਸਕਦੇ ਨੇ। ਸੋ ਇਹ ਸੀਗੀ ਕੋਵਿਡ-19 ਬਾਰੇ ਖਬਰ। ਔਰ ਦੂਸਰੀ ਖਬਰ ਹੈਗੀ ਹੈ ਜੀ ਸਾਡੇ ਸੂਬੇ ਦੇ ਜਿਹੜੇ ਐਨਵਾਇਰਮੈਂਟ ਮਿਨਿਸਟਰ ਨੇ ਜੇਸਨ ਨਿਕਸਨ ਹੋਰੀ, ਉਹ ਕੱਲ੍ਹ ਗੱਲਬਾਤ ਕਰ ਰਹੇ ਸੀਗੇ ਜੀ। ਰੂਰਲ ਮਿਊਨਿਸਪੈਲਿਟੀਜ਼ ਜਿਹੜੀ ਹੈਗੀ ਐਸੋਸੀਏਸ਼ਨ ਉਹਨਾਂ ਦੀ ਇੱਕ ਕਾਨਫਰੰਸ ਹੋ ਰਹੀ ਸੀ, ਉਹਦੇ ਵਿੱਚ ਉਹ ਪਹੁੰਚੇ ਸੀ ਅਤੇ ਉੱਥੇ ਉਹਨਾਂ ਨੇ ਜਿਹੜੀ ਗੱਲ ਕਹੀ ਆ ਉਹ ਇਹ ਹੈ ਜੀ ਵੀ ਉਹਨਾਂ ਨੂੰ ਕਹਿੰਦੇ ਵੀ ਰੂਰਲ ਕਮਿਊਨਿਟੀਜ਼ ਨੂੰ ਫਿਕਰ ਨਹੀਂ ਕਰਨਾ ਚਾਹੀਦਾ। ਜਿਹੜਾ ਮਾਈਨਿੰਗ ਹੈ ਨਾ ਉਹਦੇ ਨਾਲ ਉਹਨਾਂ ਦਾ ਪਾਣੀ ਜਿਹੜਾ ਆ ਉਹ ਪਲੂਟ ਨਹੀਂ ਹੋਵੇਗਾ।
ਤੁਹਾਨੂੰ ਯਾਦ ਹੋਵੇਗਾ ਕਿ ਸਦਰਨ ਅਲਬਰਟਾ ਦੇ ਵਿੱਚ ਜਿਹੜੀਆਂ ਨਵੀਆਂ ਲੀਜ਼ਸ ਨੇ ਮਾਈਨਿੰਗ ਕਰਨ ਲਈ, ਉਹ ਤਾਂ ਸਰਕਾਰ ਨੇ ਰੋਕ ਲਾ ਦਿੱਤੀ ਆ, ਅਤੇ ਮੁੜ ਕੇ ਫਿਰ ਪੁਰਾਣੇ ਜਿਹੜੇ 1976 ਦੇ ਵਿੱਚ ਕਾਇਦਾ ਕਾਨੂੰਨ ਸੀ ਉਹੋ ਹੀ ਲਾਗੂ ਹੋਵੇਗਾ। ਪਰ ਜਿਨ੍ਹਾਂ ਨੂੰ ਆਲਰੇਡੀ ਲੀਜ਼ਸ ਅਨਾਊਂਸ ਕਰ ਦਿੱਤੀਆਂ ਨੇ ਉਹ ਮਾਈਨਿੰਗ ਕਰ ਸਕਣਗੇ। ਅਤੇ ਜਿਹੜੀਆਂ ਉੱਥੇ ਰੂਰਲ ਕਮਿਊਨਿਟੀਜ਼ ਹੈਗੀਆਂ, ਜਿਹੜੀਆਂ ਉਹ ਮਿਊਨਿਸਪੈਲਿਟੀਜ਼ ਉੱਥੋਂ ਦੇ ਲੋਕਾਂ ਨੂੰ ਰਿਪਰੈਜ਼ੈਂਟ ਕਰਦੀਆਂ ਨੇ, ਉਹਨਾਂ ਨੂੰ ਸਾਰਿਆਂ ਨੂੰ ਇਸ ਗੱਲ ਦਾ ਫਿਕਰ ਹੈ। ਉਹ ਕਹਿੰਦੇ ਵੀ ਜਿਹੜੇ ਰੌਕੀ ਮਾਊਂਟੇਨਸ ਦੇ ਈਸਟਰਨ ਸਲੋਪਸ 'ਤੇ ਅਗਰ ਉਹ ਉੱਥੇ ਕਰਦੇ ਆ ਮਾਈਨਿੰਗ, ਅਤੇ ਉਹਦੇ ਨਾਲ ਜਿਹੜਾ ਪਾਣੀ ਆ, ਕਿਉਂਕਿ ਉਹ ਇਲਾਕਾ ਜੀ ਐਰਿਡ ਇਲਾਕਾ ਆ, ਮਤਲਬ ਸੋਰਸ ਜਿਹੜਾ ਪਾਣੀ ਦਾ ਉੱਥੇ ਦਰਿਆ ਜਾਂ ਸਨੋ ਤੋਂ ਹੀ ਆਉਂਦਾ ਹੈਗਾ। ਅਤੇ ਉਹ ਕਹਿੰਦੇ ਜੀ ਵੀ ਇਹ ਪਾਣੀ, ਕਿਉਂਕਿ ਮਾਈਨਿੰਗ ਕਰਨ ਵਾਲੀ ਜਿਹੜੀ ਕੰਪਨੀਆਂ ਹੁੰਦੀਆਂ ਉਹਨਾਂ ਨੂੰ ਵੀ ਪਾਣੀ ਬਹੁਤ ਚਾਹੀਦਾ ਹੁੰਦਾ, ਔਰ ਉਹ ਜੇ ਪਾਣੀ ਉੱਥੋਂ ਲੈ ਜਾਂਦੇ ਨੇ ਅਤੇ ਲੋਕਾਂ ਲਈ ਪਾਣੀ ਦੀ ਥੋੜ੍ਹ ਆਏਗੀ। ਔਰ ਦੂਸਰਾ ਹੈ ਕਿ ਜਦੋਂ ਪਾਣੀ ਦੂਸਰੇ ਪਾਸੇ ਯੂਜ਼ ਹੁੰਦਾ ਮਾਈਨ ਦੇ ਵਿੱਚ, ਉਹਦੇ ਨਾਲ ਉਹ ਕਹਿੰਦੇ ਵੀ ਪੋਲੂਟਡ ਵਾਟਰ ਜਿਹੜਾ ਆ ਉਹ ਸਾਨੂੰ ਮਿਲੇਗਾ। ਸੋ ਪਰ ਜੇਸਨ ਨਿਕਸਨ ਹੋਰਾਂ ਨੇ ਲੋਕਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਭਈ ਇੱਦਾਂ ਦੀ ਗੱਲ ਨਹੀਂ ਹੋਵੇਗੀ, ਭਈ ਇੰਨਾ ਪਾਣੀ ਯੂਜ਼ ਨਹੀਂ ਹੋਵੇਗਾ। ਪਰ ਨਾਲ ਹੀ ਉਹਨਾਂ ਨੇ ਗੱਲ ਇਹ ਵੀ ਕਹਿ ਦਿੱਤੀ ਕਿ ਸਾਨੂੰ ਬੈਲੈਂਸ ਰੱਖਣਾ ਪਏਗਾ ਜੋਬਾਂ ਕ੍ਰੀਏਟ ਕਰਨ ਵਾਲੇ ਮਾਮਲੇ ਦੇ ਵਿੱਚ, ਔਰ ਦੂਸਰਾ ਨਾਲ ਦੀ ਨਾਲ ਜਿਹੜਾ ਆ ਸੇਫਟੀ ਨੂੰ। ਅਤੇ ਜਿਹੜੇ ਰੂਰਲ ਮਿਊਨਿਸਪੈਲਿਟੀਜ਼ ਦੇ ਲੋਕ ਉੱਥੇ ਆਏ ਹੋਏ ਸੀ, ਉਹਨਾਂ ਨੂੰ ਇਸ ਗੱਲ 'ਤੇ ਖਦਸ਼ਾ ਲੱਗਦਾ ਜੀ। ਉਹ ਕਹਿੰਦੇ ਵੀ ਇਹਨਾਂ ਗੱਲਾਂ ਦਾ ਯਕੀਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜਿਹੜੀਆਂ ਸਰਕਾਰਾਂ ਨੇ ਇਹ ਅਖੀਰ ਨੂੰ ਫਿਰ ਕਾਰਪੋਰੇਸ਼ਨਸ ਦੇ ਨਾਲ ਜਾ ਖੜ੍ਹਦੀਆਂ ਨੇ। ਸੋ ਕੱਲ੍ਹ ਉਹਨਾਂ ਨੇ ਇੱਕ ਮਤਾ ਪਾਸ ਕਰ ਦਿੱਤਾ, ਜਿਹਦੇ ਵਿੱਚ ਉਹਨਾਂ ਕਿਹਾ ਕਿ ਸਰਕਾਰ ਨੂੰ ਜਿਹੜਾ ਲੋਕਾਂ ਦੇ ਨਾਲ ਹੋਰ ਕੰਸਲਟੇਸ਼ਨ ਕਰਨੀ ਪਏਗੀ, ਜਿਹੜੇ ਕਿ UCP ਸਰਕਾਰ ਨੇ ਪਿੱਛੇ ਬੰਦ ਕਰ ਦਿੱਤੀ ਸੀ। 85% ਵੋਟਾਂ ਦੇ ਨਾਲ ਜੀ ਉਹ ਮਤਾ ਉਹਨਾਂ ਨੇ ਕੱਲ੍ਹ ਫਿਰ ਦੁਬਾਰਾ ਪਾਸ ਕੀਤਾ, ਔਰ ਕੰਸਲਟੇਸ਼ਨ ਲਈ ਸਰਕਾਰ ਨੂੰ ਕਿਹਾ ਗਿਆ ਹੈ। ਸਾਡੇ ਸ਼ਹਿਰ ਦੀ ਐਡਮਿੰਟਨ ਦੀ ਉਹ ਹੈ ਜੀ ਵੀ 2 ਟਰਮ ਰਹਿ ਚੁੱਕੇ ਐਡਮਿੰਟਨ ਦੇ ਕਾਉਂਸਲਰ ਐਂਡਰਿਊ ਨੈਕ ਹੋਰੀ, ਉਹਨਾਂ ਨੇ ਅਨਾਊਂਸ ਕੀਤਾ ਅੱਜ ਕਿ ਉਹ ਮੁੜ ਕੇ ਦੁਬਾਰਾ ਫਿਰ ਜਿਹੜੀਆਂ ਐਤਕੀਆਂ ਅਕਤੂਬਰ ਦੇ ਵਿੱਚ ਚੋਣਾਂ ਹੋਣੀਆਂ ਨੇ ਕੌਂਸਲ ਦੀਆਂ, ਉਹਦੇ ਵਿੱਚ ਉਹ ਉਮੀਦਵਾਰ ਹੋਣਗੇ। ਜੇ ਹਾਂ ਉਹ ਵਾਰਡ 1 ਯਾਨੀ ਕਿ ਵੈਸਟ ਦਾ ਇਲਾਕਾ ਜਿਹਨੂੰ ਉਹ ਰਿਪਰੈਜ਼ੈਂਟ ਕਰਦੇ ਨੇ, ਹੁਣ ਉਹ ਨਵਾਂ ਵਾਰਡ ਬਣ ਗਿਆ, ਉਹਦਾ ਨਕੋਟਾ ਇਸਗਾ ਉਹਦਾ ਨਾਂ ਆ, ਉਹਨੂੰ ਉਹ ਰਿਪਰੈਜ਼ੈਂਟ ਕਰਨਗੇ। ਸੋ ਉਹਦੇ ਵਿੱਚ ਉਹ ਉੱਥੋਂ ਖੜ੍ਹੇ ਹੋ ਰਹੇ ਨੇ। ਕੁਝ ਇੱਕ ਨੇ ਜਿਨ੍ਹਾਂ ਦੇ ਵਿੱਚੋਂ ਜਿਨ੍ਹਾਂ ਨੇ ਕਿਹਾ ਵੀ ਅਸੀਂ ਰਨ ਨਹੀਂ ਕਰਨਾ, ਮਿਸਟਰ ਹੈਂਡਰਸਨ ਹੀ ਆ ਹਜੇ, ਉਹਨਾਂ ਨੇ ਅਨਾਊਂਸ ਹਜੇ ਤੱਕ ਨਹੀਂ ਕੀਤਾ ਕਿ ਉਹ ਰਨ ਕਰਨਗੇ ਜਾਂ ਨਹੀਂ। ਸੋ ਇੱਕ ਹੈ ਨੇ ਜਿਨ੍ਹਾਂ ਨੇ ਅਨਾਊਂਸ ਕੀਤਾ ਕਿ ਉਹ ਮੇਅਰ ਲਈ ਰਨ ਕਰ ਰਹੇ ਆ, ਅਤੇ ਬਾਕੀ ਸਾਰੇ ਹੀ ਰਨ ਕਰ ਰਹੇ ਨੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।